चढ़दा सूरज, चढ़दा सूरज, चढ़दा सूरज। नमस्कार। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰੇ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਬਹੁਤ ਸਾਰੇ ਸੱਜਣ ਆਖਦੇ ਹਨ ਕਿ ਤੁਸੀਂ ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ, ਇਹ ਸ਼ਬਦ ਰੋਜ਼ ਕਿਉਂ ਆਖਦੇ ਹੋ? ਮੈਂ ਉਸ ਗੱਲ ਦਾ ਜਵਾਬ ਦੇ ਰਿਹਾ। ਸੱਜਣੋ, ਦੋਸਤੋ, ਭੈਣੋ, ਭਰਾਵੋ, ਸਮੂਹ ਸਮਾਜ, ਮੈਂ ਉਹਨਾਂ ਦੀ ਚਾਲ ਨੂੰ ਵੇਖਣ ਵਾਸਤੇ ਇਸ ਲਈ ਪ੍ਰੇਰਿਤ ਕਰਦਾ ਹਾਂ ਤਾਂ ਕਿ ਉਹਨਾਂ ਦੀ ਚਾਲ ਦੇ ਨਾਲ ਹੀ ਤੁਹਾਡੀ ਚਾਲ ਹੈ। ਜੇ ਉਹਨਾਂ ਦੀ ਚਾਲ ਵਿਗੜ ਗਈ, ਤੁਹਾਡੀ ਵੀ ਵਿਗੜ ਜਾਂਦੀ ਹੈ। ਉਹਨਾਂ ਨੇ ਮੂੰਹ ਫੇਰ ਲਿਆ, ਤੁਹਾਡੇ ਵੀ ਰਿਸ਼ਤੇਦਾਰ ਤੁਹਾਡੇ ਤੋਂ ਮੂੰਹ ਫੇਰ ਲੈਂਦੇ। ਜੇ ਉਹਨਾਂ ਨੂੰ ਕੋਈ ਚੋਭ ਆਉਂਦੀ ਹੈ ਤੇ ਉਹ ਚੋਭ ਤੁਹਾਡੇ ਜੀਵਨ ਦੇ ਵਿੱਚ ਵੀ ਆਉਂਦੀ ਹੈ। ਜੇ ਉਹਨਾਂ ਨੂੰ ਪੀੜਾਂ ਆਉਂਦੀਆਂ, ਕਿਸੇ ਦੁਸ਼ਮਣ ਦੇ ਨਾਲ ਬੈਠ ਕੇ ਉਹ ਪੀੜਾਂ ਤੁਹਾਡੇ ਤੇ ਛਾ ਜਾਂਦੀਆਂ। ਤੁਸੀਂ ਧਨ, ਧਨ, ਸਮਰਿੱਧੀ ਤੋਂ ਵਾਂਝੇ ਹੋ ਜਾਂਦੇ ਹੋ। ਕਿਸਮਤ ਦੀਆਂ ਉਲਟੀਆਂ ਚੱਕਰੀਆਂ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ। ਔਲਾਦ ਤੁਹਾਡੇ ਪ੍ਰਤੀ ਬਗਾਵਤ ਕਰ ਦਿੰਦੀ ਹੈ। ਤੁਸੀਂ ਯਸ਼, ਮਾਨ, ਕੀਰਤੀ ਦੀ ਅਭਿਲਾਸ਼ਾ ਰੱਖਣ ਵਾਲੇ ਬੇਮੁਖੀ ਹੋ ਜਾਂਦੇ ਹੋ। ਤੁਸੀਂ ਉਹਨਾਂ ਛੜਯੰਤਰਾਂ ਦੇ ਵਿੱਚ ਘਿਰ ਜਾਂਦੇ ਹੋ ਜਿਨ੍ਹਾਂ ਬਾਰੇ ਤੁਸੀਂ ਸੋਚਿਆ ਵੀ ਨਾ ਹੋਵੇ। ਪ੍ਰੇਰਨਾ ਲਓ ਮੇਰੀ ਇਸ ਗੱਲ ਤੋਂ। ਮੈਂ ਕੋਈ ਬਹੁਤ ਵੱਡਾ ਸਾਧਕ ਨਹੀਂ ਹਾਂ, ਪਰ ਮੈਂ ਦੱਸਣ ਦਾ ਪ੍ਰਯਾਸ ਕਰਦਾ ਰਹਿੰਦਾ ਹਾਂ, ਕਿਉਂਕਿ ਆਪਾਂ ਸਾਰੇ ਇੱਕੋ ਹੀ ਪਲੇਟਫਾਰਮ ਤੇ ਖੜੇ ਹਾਂ। ਆਪਣਾ ਜੀਵਨ ਇੱਕ ਹੈ। ਦੁੱਖ, ਦਰਿਦਰ, ਹਨੇਰੀਆਂ ਕਿਹੜੇ ਇਨਸਾਨ ਤੇ ਨਹੀਂ ਆਉਂਦੀਆਂ? ਝੱਖੜ ਕਿਹਦੇ ਤੇ ਨਹੀਂ ਆਉਂਦੇ? ਬੱਦਲ ਕਿਹਦੇ ਤੇ ਨਹੀਂ ਬਰਸਦੇ? ਤੁਸੀਂ ਵੇਖਿਆ ਪਿਛਲੇ ਦਿਨੀ ਬਿਜਲੀ ਗਰਜਨ ਦੇ ਨਾਲ 100 ਵਿਅਕਤੀਆਂ ਦੀ ਮ੍ਰਿਤਿੂ ਹੋ ਗਈ। ਉਹ ਬਿਜਲੀ ਥੋੜਾ ਗਿਰੀ, ਉਹ ਤਾਂ ਉਹੀ ਬੰਦੇ ਉਹਦੀ ਲਪੇਟ ਵਿੱਚ ਆਏ ਜਿਨ੍ਹਾਂ ਤੇ ਕੋਈ ਬਾਧਕ ਗ੍ਰਹਿ ਦੀ ਛਾਂ ਪੈ ਗਈ ਹੋਵੇਗੀ। ਮੈਂ ਹਰ ਪੱਖ ਤੋਂ ਤੁਹਾਨੂੰ ਇਸ ਲਈ ਦੱਸਣ ਦਾ, ਸਮਝਾਉਣ ਦਾ ਪ੍ਰਯਾਸ ਕਰਦਾ ਹਾਂ। ਬਹੁਤ ਸਾਰੇ ਸੱਜਣ ਅਜਿਹੇ ਹਨ ਜਿਹੜੇ ਬੈਂਕ ਦੇ ਵਿੱਚ ਕਰਜ਼ਾ ਲੈਣ ਲਈ ਗਏ, ਫਾਈਲ ਸਮਰਿੱਧ ਹੋ ਗਈ, ਸਾਰਾ ਕੁਝ ਹੋ ਗਿਆ, ਚੈੱਕ ਹੀ ਨਹੀਂ ਮਿਲਿਆ, ਪੈਸੇ ਮਿਲੇ ਹੀ ਨਹੀਂ। ਕੁਝ ਪੀੜ ਆ ਗਈ, ਕੁਝ ਦਰਦ ਆ ਗਈ, ਕੁਝ ਸੁਨੇਹਾ ਆ ਗਿਆ, ਨਿਰਾਸ਼ ਹੋ ਗਏ। ਉਹ ਨਿਰਾਸ਼ਾ ਕਿੱਥੋਂ ਆਈ? ਉਸੇ ਨੂੰ ਤਾਂ ਲੱਭਣ ਦਾ ਪ੍ਰਯਾਸ, ਉਹੀ ਗੱਲ ਮੈਂ ਦੱਸਣ ਦਾ ਪ੍ਰਯਾਸ ਕਰ ਰਿਹਾ। ਹਰ ਗੱਲ ਤੁਹਾਡੀ ਅਪਰੂਵ ਹੋ ਗਈ। ਤੁਹਾਨੂੰ ਇੱਕ ਸ਼ਾਸਨ ਕਰਤਾ ਬਣਾਉਣ ਵਾਸਤੇ ਐਲਾਨ ਕਰ ਦਿੱਤਾ ਗਿਆ। ਉਸ ਦਿਨ ਸ਼ਪਥ ਗ੍ਰਹਿਣ ਦੀ ਮਿਤੀ ਨਿਸ਼ਚਿਤ ਕਰ ਦਿੱਤੀ ਗਈ। ਸ਼ਪਥ ਗ੍ਰਹਿਣ ਤੋਂ ਪਹਿਲਾਂ ਹੀ ਕੋਈ ਸਟੇ ਲੈ ਕੇ ਆ ਗਿਆ। ਉਹ ਕੌਣ ਸੀ? ਉਹੀ ਤਾਂ ਬਾਧਕ ਦਾ ਚੋਲਾ ਪਹਿਨ ਕੇ ਆ ਗਿਆ।
ਉਹੀ ਆ ਗਿਆ ਬਾਦਕ ਦਾ ਚੋਲਾ ਪਹਿਨ ਕੇ। ਔਲਾਦ ਹੋਣ ਵਾਲੀ ਸੀ, ਪਹਿਲੇ ਪੁੱਤਰੀਆਂ ਸਨ, ਪੁੱਤਰ ਹੋਣ ਵਾਲਾ ਸੀ। ਕਿਤੋਂ ਫਿਸਲ ਗਏ ਤੁਸੀਂ? ਮਿਸਕੈਰੇਜ ਹੋ ਗਿਆ। ਪੁੱਤਰ ਸੀ, ਖੋ ਬੈਠੇ ਤੁਸੀਂ। ਕੌਣ ਸੀ ਉਹ ਫਿਸਲਣ ਦੇਣ ਵਾਲਾ? ਉਹ ਬਾਦਕ ਹੀ ਤਾਂ ਸੀ। ਪਹਿਚਾਨਣ ਦਾ ਪ੍ਰਯਾਸ ਕਰੋ। ਤੁਸੀਂ ਹਰ ਪਕਸ਼ ਤੋਂ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ ਪ੍ਰਯਾਸ ਕਰੋ। ਪਹਿਚਾਨ ਬਾਦਕ ਦੀ, ਬਾਦਕ ਨਕਸ਼ਤਰ ਦੀ, ਬਾਦਕ ਭਾਵ ਦੀ, ਭਾਵਾਨਿਧੀ ਦੀ। ਜੇ ਆਪਾਂ ਇਹ ਪਹਿਚਾਨ ਕਰ ਲਈ, ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਬਾਧਾਵਾਂ ਤੋਂ ਮੁਕਤ ਹੋ ਜਾਵਾਂਗੇ। ਕਿਉਂ? ਆਉਣ ਵਾਲੀਆਂ ਬਾਧਾਵਾਂ ਆਪਣੇ ਪੈਰਾਂ ਵਿੱਚ ਕੰਡੇ ਨਹੀਂ ਅਟਕਾ ਸਕਣਗੀਆਂ। ਆਪਾਂ ਨੂੰ ਪਤਾ ਹੋਵੇਗਾ, ਆਪਾਂ ਪ੍ਰਾਰਥਨਾ ਸਥਿਤਵ ਦੇ ਵਿੱਚ ਉਸ ਬਾਧਾ ਗ੍ਰਹਿ ਨੂੰ, ਬਾਧਕ ਨਕਸ਼ਤਰ ਨੂੰ, ਭਾਵਾਪਤੀ ਨੂੰ, ਸਭ ਨੂੰ ਪ੍ਰਾਰਥਨਾ ਕਰਕੇ ਪਹਿਲਾਂ ਹੀ ਪਰੇ ਕਰ ਚੁੱਕੇ ਹੋਵਾਂਗੇ। ਬਹੁਤ ਸਾਰੇ ਸੱਜਣ ਇਸੇ ਗੱਲ ਤੋਂ ਪਰੇਸ਼ਾਨ ਹਨ। ਪੈਤ੍ਰਿਕ ਪ੍ਰਾਪਰਟੀ ਹੱਥ ਲੱਗਦੇ ਲੱਗਦੇ ਨਹੀਂ ਲੱਗੀ, ਮਕਾਨ ਬਣਦੇ ਬਣਦੇ ਨਹੀਂ ਬਣ ਸਕਿਆ, ਪਾਸ ਹੁੰਦੇ ਹੁੰਦੇ ਨਹੀਂ ਹੋ ਸਕੇ, ਵਿਆਹ ਦੇ ਵਿੱਚ ਦਾਖਲਾ ਹੁੰਦੇ ਹੁੰਦੇ ਨਹੀਂ ਹੋ ਸਕਿਆ, ਮੰਗਣੀ ਟੁੱਟ ਗਈ। ਰੋਗ ਤੋਂ ਮੁਕਤੀ ਹੁੰਦੇ ਹੁੰਦੇ ਫਿਰ ਰੋਗ ਚਿਮਟ ਗਿਆ, ਫਿਰ ਰੋਗ ਚਿਮਟ ਗਿਆ। ਪਿਆਰ ਦੀਆਂ ਗੱਲਾਂ ਦੇ ਵਿੱਚ ਆ ਕੇ ਬਾਦਕ ਗ੍ਰਹਿ ਦਾ ਚੋਲਾ ਪਹਿਨ ਕੇ ਕੋਈ ਰਾਹੇ ਜਾਂਦੇ ਵਿਅਕਤੀ ਮਿਲ ਗਿਆ, ਜਿਹੜਾ ਆਪਾਂ ਨੂੰ ਕੁਰਾਹੇ ਲੈ ਗਿਆ। ਉੱਥੇ ਜਾ ਕੇ ਉਸਨੇ ਆਪਣੇ ਨਾਲ ਇੱਕ ਬਹੁਤ ਵੱਡਾ ਧੋਖਾ ਕਰ ਦਿੱਤਾ। ਉਸ ਬਾਦਕ ਨੂੰ ਆਪਾਂ ਪਹਿਚਾਨ ਨਹੀਂ ਸਕੇ। ਪਹਿਚਾਨਾਂਗੇ ਕਦੋਂ? ਸਿਰਫ ਤੇ ਸਿਰਫ ਉਦੋਂ ਜਦੋਂ ਆਪਾਂ ਨੂੰ ਪਤਾ ਹੋਵੇਗਾ ਕਿ ਆਪਣਾ ਬਾਦਕ ਗ੍ਰਹਿ ਕੌਣ ਹੈ, ਬਾਦਕ ਨਕਸ਼ਤਰ ਕਿਹੜਾ ਹੈ, ਕਿੱਥੇ ਪਿਆ ਹੈ, ਕਿੱਥੇ ਪੀੜ ਦੇ ਰਿਹਾ ਹੈ, ਕਿੱਥੇ ਉਸਨੇ ਨਿਗਾਹਾਂ ਲਾਈਆਂ ਹਨ। ਆਪਾਂ ਕੀ ਕਰਦੇ ਹਾਂ? ਆਪਾਂ ਬਿਨ ਸੋਚੇ ਵਿੱਚ ਸਮਝੇ ਜਹਾਜ਼ ਪਕੜ ਲੈਂਦੇ ਹਾਂ, ਟਿਕਟ ਲੈ ਲੈਂਦੇ ਹਾਂ, ਬਹੁਤ ਖੁਸ਼ੀ ਖੁਸ਼ੀ ਯਾਤਰਾ ਵਿੱਚ ਬੈਠ ਜਾਂਦੇ ਹਾਂ। ਪਤਾ ਹੀ ਨਹੀਂ ਹੁੰਦਾ ਏਅਰਪੋਰਟ ਤੇ ਬਾਦਕ ਦਾ ਚੋਲਾ ਪਹਿਨ ਕੇ ਇੱਕ ਅਜਿਹਾ ਸੱਜਣ ਖੜਾ ਹੈ ਜਿਸ ਨੇ ਤੁਹਾਨੂੰ ਏਅਰਪੋਰਟ ਤੋਂ ਹੀ ਮੋੜ ਦਿੱਤਾ। ਤੁਸੀਂ ਬਾਦਕ ਗ੍ਰਹਿ ਨੂੰ ਪਹਿਚਾਨਿਆ ਨਹੀਂ। ਉਹ ਵਿਦੇਸ਼ ਦੀ ਧਰਤੀ ਤੇ ਬੈਠਾ ਤੁਹਾਡੀ ਇੰਤਜ਼ਾਰ ਕਰ ਰਿਹਾ ਸੀ। ਮੈਂ ਤੁਹਾਨੂੰ ਲੱਖਾਂ ਐਗਜ਼ਾਮਪਲ ਦੇ ਸਕਦਾ ਹਾਂ, ਲੱਖਾਂ ਐਗਜ਼ਾਮਪਲ ਦੇ ਸਕਦਾ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਸੱਜਣ ਇੱਕ ਵੋਟ ਤੇ ਹਾਰ ਜਾਂਦੇ, ਦੁਬਾਰਾ ਫਿਰ ਵੋਟਾਂ ਪੈਂਦੀਆਂ। ਉਹ ਇੱਕ ਵੋਟ ਤੇ ਜਿਹੜੇ ਹਾਰ ਗਏ, ਉਹਨਾਂ ਨੇ ਉਸ ਬਾਦਕ ਨੂੰ ਪਹਿਚਾਨਿਆ ਨਹੀਂ। ਉਹ ਤਾਂ ਉਸ ਅਹਿਮ ਤੇ ਅਹੰਕਾਰ ਦੇ ਵਿੱਚ ਹੀ ਕਿ ਮੈਂ ਤਾਂ ਜਿੱਤ ਹੀ ਗਿਆ ਹਾਂ, ਜਿੱਤ ਹੀ ਜਾਣਾ ਹੈ, ਜੇਤੂ ਕਰਾਰ ਮਿਲ ਜਾਣਾ ਹੈ, ਉਸ ਦੇ ਵਿੱਚ ਹੀ ਉਹ ਉਸ ਦੇ ਨਾਲ ਬਹਿਸ ਕਰੀ ਗਿਆ। ਬਾਦਕ ਨੂੰ ਪਹਿਚਾਨਣ ਦਾ ਪ੍ਰਯਾਸ, ਉਹਦੇ ਪ੍ਰਤੀ ਨਮਰਤਾ, ਉਹਦੇ ਪ੍ਰਤੀ ਪ੍ਰਾਰਥਨਾ, ਯਾਚਨਾ, ਉਪਾਸਨਾ ਤੁਹਾਨੂੰ ਜ਼ਿੰਦਗੀ ਦੇ ਉਸ ਮੁਕਾਮ ਤੇ ਲਿਜਾ ਸਕਦੀ ਹੈ ਜਿਸ ਬਾਰੇ ਤੁਸੀਂ ਸੋਚਿਆ ਵੀ ਨਾ ਹੋਵੇ। ਸਾਰਾ ਕੁਝ ਹੋ ਗਿਆ, ਵਪਾਰ ਚੱਲ ਪਿਆ, ਵਪਾਰ ਦੇ ਮੁਕਾਮ ਦੇ ਵਿੱਚ ਬਹੁਤ ਅੱਗੇ ਤੱਕ ਵੱਧ ਗਏ। ਜਦੋਂ ਆਰਡਰ ਪਲੇਸ ਹੋਣੇ ਸੀ, ਬਾਦਕ ਆ ਕੇ ਬਹਿ ਗਿਆ।
ਉਸਨੇ ਨਾਲ ਬੈਠੇ ਸੱਜਣ ਦੇ ਸਾਰੇ ਆਰਡਰ ਅਸੈਪਟ ਕਰ ਲਏ ਤੇ ਤੁਹਾਡਾ ਕੋਈ ਨਹੀਂ ਕੀਤਾ, ਫਿਰ ਤੁਸੀਂ ਨਾਮੋਸ਼ ਹੋ ਜਾਂਦੇ ਹੋ, ਖਾਮੋਸ਼ ਹੋ ਜਾਂਦੇ ਹੋ, ਹਤਾਸ਼ ਹੋ ਜਾਂਦੇ ਹੋ, ਪੀੜਾਂ ਵਿੱਚ ਚਲੇ ਜਾਂਦੇ ਹੋ। ਤੇ ਕਿਉਂ ਨਾ ਤੁਸੀਂ ਬਾਧਕ ਗ੍ਰਹਿ ਨੂੰ ਪਹਿਚਾਨੋ। ਚਾਰ ਲਗਨ, ਸ਼ਨੀ ਬਾਧਕ, ਕਰਕ ਲਗਨ, शुक्र बाधक, तुला लगन सूरज बाधक, मकर लगन मंगल बाधक। याद कर लो, ਜਦੋਂ ਜਦੋਂ ਇਸ ਗ੍ਰਹਿ ਨੂੰ ਤੁਸੀਂ ਉਸ ਜਗ੍ਹਾ ਤੇ ਵੇਖੋ, ਫਿਰ ਤੁਸੀਂ ਮੁਕਤੀ ਅਪਣਾ ਸਕਦੇ ਹੋ ਤੇ ਪਰਮ ਸੁਖੀ ਹੋ ਸਕਦੇ ਹੋ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਰਸ਼ੇਸ਼ ਸ਼ਨੀ ਦੇਵ ਦੇ ਥੱਲੇ ਜਾਣ ਵਾਲਾ ਹੈ। ਸੱਚ ਦੇ ਅਧਿਕਾਰੀ, ਨਿਆਂ ਦੇ ਦੇਵਤਾ, ਮਹਾ ਨਿਆਇਧੀਸ਼, ਜ਼ਮੀਨ ਤੋਂ ਅਸਮਾਨ ਤੱਕ ਲੈ ਜਾਣ ਵਾਲੇ, ਕਰੂਰਤਾ ਦੇ ਵੀ ਮਾਲਕ ਹਨ, ਸਜ਼ਾ ਵੀ ਦੇ ਦਿੰਦੇ ਹਨ। ਪਰ ਤੁਸੀਂ ਜੋ ਕੁਝ ਮੈਂ ਉਹਨਾਂ ਦੀ ਪਰਿਭਾਸ਼ਾ ਦੱਸੀ, ਜੇ ਇੰਜ ਕਰਦੇ ਰਹੇ, ਉਸਨੇ ਤੁਹਾਨੂੰ ਇਸ ਵਰੇ ਪੂਰਨ ਫਲ ਦੇਣਾ ਹੈ। ਓਮ ਸ਼ਮ ਸ਼ਨਿਚਰਾਏ ਨਮः, ਇਸ ਮੰਤਰ ਦਾ ਜਾਪ ਕਰਿਓ, ਪਰਮ ਸੁਖੀ ਹੋ ਜਾਵੋਗੇ। ਤੁਹਾਨੂੰ ਪ੍ਰੇਰਨਾਤਮਕ ਹੋ ਕੇ, ਈਸ਼ਵਰ ਵੱਲੋਂ ਪ੍ਰੇਰਨਾਤਮਕ ਹੋ ਕੇ ਮੈਂ ਪ੍ਰੇਰਨਾ ਦੇਣ ਦਾ ਪ੍ਰਯਾਸ ਕਰਦਾ ਰਹਿੰਦਾ ਹਾਂ। ਮੇਰਾ ਪ੍ਰਯਾਸ ਪੂਰਾ ਹੋ ਜਾਵੇ, ਪੁੰਨ ਕਰਮ ਦੇ ਵਿੱਚ ਜਮਾ ਹੋ ਜਾਵੇ ਰਾਸ਼ੀ। ਉਹ ਜਿਹੜੇ ਸੱਜਣ ਈਸ਼ਵਰ ਦੀ ਪ੍ਰਾਪਤੀ ਵਾਸਤੇ ਆਪਣੀ ਹਰ ਚੀਜ਼ ਨੂੰ ਨਿਛਾਵਰ ਕਰਦੇ ਰਹਿੰਦੇ, ਸੰਸਾਰ ਦੇ ਵਿੱਚ ਹਰ ਚੀਜ਼ ਦੇ ਵਿੱਚ ਈਸ਼ਵਰ ਦੇ ਦਰਸ਼ਨ ਕਰਦੇ ਰਹਿੰਦੇ, ਫਿਰ ਉਹਨਾਂ ਨੂੰ ਕੀ ਲੱਗਦਾ ਹੈ? ਫਿਰ ਉਹਨਾਂ ਨੂੰ ਹਰ ਜਗ੍ਹਾ ਈਸ਼ਵਰ ਦਿਖਾਈ ਦੇਣ ਲੱਗ ਪੈਂਦਾ ਹੈ। ਤੁਸੀਂ ਕਈ ਸਾਧੂ ਸੰਤ ਮਹਾਤਮਾ ਤੇ ਕਈ ਗ੍ਰਸਤੀਆਂ ਨੂੰ ਵੀ ਵੇਖੋਗੇ, ਇੰਜ ਹੁੰਦਾ ਹੈ। ਆਓ ਆਪਾਂ ਵੀ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰਿਕ ਵ੍ਰਿਤੀਆਂ ਤੋਂ ਮੂੰਹ ਮੋੜ ਕੇ ਪਰਲੋਕ ਦੀਆਂ ਵਿੱਤੀਆਂ ਵਿੱਚ ਜਾਣ ਦਾ ਪ੍ਰਯਾਸ ਕਰੀਏ, ਪਰਮ ਸੁਖੀ ਹੋ ਜਾਵਾਂਗੇ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣੋਂ, ਵਿਸ਼ੇਸ਼ ਕਿਰਪਾ ਦੇ ਕਾਰਕ ਬਣੋਗੇ ਤੁਸੀਂ। ਬ੍ਰਿਖ ਰਾਸ਼ੀ ਦੇ ਸੱਜਣਾਂ ਨੂੰ ਧਨ ਖੋਇਆ ਜਾ ਸਕਦਾ ਹੈ। ਮਿਥੁਨ ਰਾਸ਼ੀ ਦੇ ਸੱਜਣ ਛੋਟੇ ਭੈਣ ਭਰਾਵਾਂ ਤੋਂ ਪਰੇਸ਼ਾਨ ਹੋ ਸਕਦੇ ਹਨ। ਕਰਕ ਰਾਸ਼ੀ ਦੇ ਸੱਜਣੋਂ, ਸਮਾਜਿਕ ਸਥਿਤੀਆਂ ਤੁਹਾਡੇ ਵੱਲ ਦੀਆਂ ਨਾ ਰਹਿਣ, ਇੰਜ ਦਾ ਯੋਗ ਬਣ ਰਿਹਾ ਅੱਜ। ਸਿੰਘ ਰਾਸ਼ੀ ਦੇ ਸੱਜਣੋਂ, ਤੁਹਾਡੀ ਯਸ਼ਮਾਨ ਕੀਰਤੀ ਦੇ ਵਿੱਚ ਘਾਟਾ ਪੈ ਸਕਦਾ ਹੈ। ਕੰਨਿਆ ਰਾਸ਼ੀ ਦੇ ਸੱਜਣ ਸ਼ਤਰੂਆਂ ਵੱਲੋਂ ਘੇਰੇ ਜਾ ਸਕਦੇ। ਤੁਲਾ ਰਾਸ਼ੀ ਦੇ ਸੱਜਣਾਂ ਨੂੰ ਅੱਜ ਧਿਆਨ ਰੱਖਣ ਦੀ ਲੋੜ ਹੈ। ਤੁਸੀਂ ਕਿਸੇ ਦੀ ਮਿੱਠੀ ਜ਼ੁਬਾਨ ਦੇ ਸ਼ਬਦਾਂ ਤੇ ਫਿਸਲ ਨਾ ਜਾਇਓ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣ ਵਿਸ਼ੇਸ਼ ਕਿਰਪਾ ਦੇ ਕਾਰਕ ਬਣਨਗੇ। ਧਨੁ ਰਾਸ਼ੀ ਦੇ ਸੱਜਣਾਂ ਨੂੰ ਕਿਸਮਤ ਦੇ ਸਹਾਰੇ ਉੱਚੀ ਉਡਾਰੀ ਮਿਲੇਗੀ। ਮਕਰ ਰਾਸ਼ੀ ਦੇ ਸੱਜਣੋਂ, ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਵੋਗੇ। ਕੁੰਭ ਰਾਸ਼ੀ ਦੇ ਸੱਜਣ ਅੱਜ ਸਾਰਾ ਦਿਨ ਪਰੇਸ਼ਾਨੀ ਵਿੱਚ ਗੁਜ਼ਾਰਨਗੇ। ਤੇ ਮੀਨ ਰਾਸ਼ੀ ਦੇ ਸੱਜਣਾਂ ਨੂੰ ਜੈ ਜੈਕਾਰ ਦੇ ਨਾਰੇ ਮਿਲਣ, ਇੰਜ ਦਾ ਯੋਗ ਹੈ। ਨਮਸਕਾਰ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।